ਹਿਮਾਚਲ ਵਿਧਾਨ ਸਭਾ ਚੋਣਾਂ ਦੇ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਹਿਮਾਚਲ ਦੀਆਂ ਸਾਰੀਆਂ 68 ਸੀਟਾਂ ਦੇ ਉੱਤੇ ਇੱਕ ਹੀ ਗੇੜ ਦੇ ਵਿੱਚ ਵੋਟਾਂ ਪੈਣਗੀਆਂ। ਹਿਮਾਚਲ ਵਿਧਾਨ ਸਭਾ ਚੋਣਾਂ ਦੇ ਲਈ 12 ਨਵੰਬਰ ਨੂੰ VOTING ਹੋਵੇਗੀ। ਚੋਣਾਂ ਦੀ ਨੋਟੀਫਿਕੇਸ਼ਨ 17 ਅਕਤੂਬਰ ਨੂੰ ਜਾਰੀ ਹੋਵੇਗੀ। 17 ਅਕਤੂਬਰ ਤੋਂ 25 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ। 27 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਸਕਰੂਟਨੀ ਹੋਵੇਗੀ ਅਤੇ 29 ਅਕਤੂਬਰ ਤੱਕ ਨਾਮ ਵਾਪਸ ਲਏ ਜਾ ਸਕਣਗੇ। 8 ਦਸੰਬਰ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। The gazette notification would be 17th October. The election would be in one phase. Last date for nomination would be 25th October, that is Tuesday. Date for scrutiny would be 27th. Last date for withdrawal would be 29th. And date of poll 12th November. ਹਿਮਾਚਲ ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। ਕੁੱਲ 68 ਸੀਟਾਂ ਦੇ ਵਿੱਚੋਂ 20 ਸੀਟਾਂ ਰਾਖਵੀਆਂ ਨੇ, 17 ਸੀਟਾਂ ਅਨੁਸੂਚਿਤ ਜਾਤੀ ਦੇ ਲਈ ਅਤੇ 3 ਸੀਟਾਂ ਅਨੁਸੂਚਿਤ ਜਨਜਾਤੀ ਦੇ ਲਈ ਰਿਜ਼ਰਵ ਨੇ। 2017 ਦੇ ਵਿੱਚ ਬੀਜੇਪੀ ਨੇ ਪੂਰਨ ਬਹੁਮਤ ਦੇ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਈ ਸੀ। ਚੋਣਾਂ ਦੇ ਵਿੱਚ ਬੀਜੇਪੀ ਨੇ 44 ਤਾਂ ਕਾਂਗਰਸ ਨੂੰ 21 ਸੀਟਾਂ ਦੇ ਉੱਤੇ ਜਿੱਤ ਮਿਲੀ ਸੀ। ਇੱਕ ਸੀਟ ਦੇ ਉੱਤੇ CPIM ਅਤੇ 2 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਸਨ। ਤਾਂ ਹਿਮਾਚਲ ਦੇ ਵੋਟਰਾਂ ਦੇ ਲਈ ਖਬਰ ਇਸ ਸਮੇਂ ਹੀ ਹੈ ਕਿ ਵੋਟਾਂ ਆ ਗਈਆਂ। ਉਧਰ ਹਰਿਆਣਾ ਦੇ ਵਿੱਚ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਪੈਰੋਲ ਦੇ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਹੀ ਰਹੇਗਾ। ਇਸ ਤੋਂ ਇਲਾਵਾ ਰਾਜਸਥਾਨ ਦੇ ਆਸ਼ਰਮ ਦਾ ਵੀ ਬਦਲ ਖੁੱਲ੍ਹਾ ਹੈ। ਹਾਲਾਂਕਿ ਰਾਮ ਰਹੀਮ ਸਿਰਸਾ ਆਸ਼ਰਮ ਜਾਣਾ ਚਾਹੁੰਦਾ ਸੀ, ਪਰ ਸਰਕਾਰ ਇਸ ਦੇ ਲਈ ਰਾਜ਼ੀ ਨਹੀਂ ਹੋਈ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ਦੇ ਵਿੱਚ ਪੈਰੋਲ ਮਿਲ ਚੁੱਕੀ ਹੈ। ਹੁਣ ਤੱਕ ਰਾਮ ਰਹੀਮ ਨੂੰ 51 ਦਿਨ ਦੀ ਛੁੱਟੀ ਮਿਲ ਚੁੱਕੀ ਹੈ। ਪਹਿਲਾਂ ਉਹ ਗੁਰੂਗ੍ਰਾਮ ਦੇ ਆਸ਼ਰਮ ਦੇ ਵਿੱਚ ਰਿਹਾ, ਇਸ ਤੋਂ ਬਾਅਦ ਯੂਪੀ ਦੇ ਬਾਗਪਤ ਦੇ ਵਿੱਚ 30 ਦਿਨ ਰਿਹਾ। ਇਸ ਦੌਰਾਨ ਉਸਨੇ ਆਪਣੇ ਸਤਸੰਗ ਦੇ ਵੀਡੀਓ ਵੀ ਜਾਰੀ ਕੀਤੇ ਸਨ। ਹਰਿਆਣਾ ਦੇ ਵਿੱਚ ਆਦਮਪੁਰ ਚੋਣਾਂ ਹੋਣ ਵਾਲੀਆਂ ਨੇ, ਇਸ ਦੇ ਲਈ ਨਾਮਜ਼ਦਗੀ ਸ਼ੁਰੂ ਹੋ ਚੁੱਕੀ ਹੈ। ਸਿਰਸਾ ਆਦਮਪੁਰ ਦੇ ਬੇहद ਨੇੜੇ ਹੈ, ਜਿੱਥੇ ਰਾਮ ਰਹੀਮ ਦੇ ਵੱਡੀ ਗਿਣਤੀ 'ਚ ਸ਼ਰਧਾਲੂ ਰਹਿੰਦੇ ਨੇ। ਪੰਚਾਇਤ ਚੋਣਾਂ ਦੇ ਲਈ ਵੀ ਐਲਾਨ ਹੋ ਚੁੱਕਾ ਹੈ। ਪਹਿਲੇ ਗੇੜ ਦੇ ਵਿੱਚ 9 ਜ਼ਿਲ੍ਹਿਆਂ 'ਚ ਪੰਚਾਇਤ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਰਾਮ ਰਹੀਮ ਦੇ ਬਾਹਰ ਆਉਣ ਨੂੰ ਇਸ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। 2017 ਤੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲकांड ਦੇ ਵਿੱਚ ਵੀ ਸਜ਼ਾ ਹੋਈ ਹੈ। ਰਾਮ ਰਹੀਮ ਨੂੰ ਇਸੇ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ 21 ਦਿਨ ਦੀ ਫਰਲੋ ਮਿਲੀ ਸੀ। ਤਾਂ ਲਗਾਤਾਰ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਮਿਲ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਸਵਾਲ ਜੋ ਵਿਰੋਧੀ ਚੁੱਕ ਰਹੇ ਨੇ ਉਹ ਇਹ ਚੁੱਕ ਰਹੇ ਨੇ ਕਿ ਇਲੈਕਸ਼ਨ ਦੇ ਨਾਲ ਇਸ ਨੂੰ ਜੋੜ ਰਹੇ ਨੇ ਕਿ ਇਲੈਕਸ਼ਨ ਦੀ ਵਜ੍ਹਾ ਨਾਲ ਇਹ ਪੈਰੋਲ ਮਿਲ ਰਹੀ ਹੈ। SGPC ਦਾ ਪ੍ਰਤੀਕਰਮ ਆ ਚੁੱਕਿਆ। ਰਾਮ ਰਹੀਮ ਦੀ ਪੈਰੋਲ ਦੇ ਉੱਤੇ SGPC ਦਾ ਪ੍ਰਤੀਕਰਮ ਇਹ ਹੈ ਕਿ SGPC ਖਫਾ ਨਜ਼ਰ ਆ ਰਹੀ ਹੈ ਤੇ ਕਹਿ ਰਹੀ ਹੈ ਕਿ ਸਰਕਾਰਾਂ ਰਾਮ ਰਹੀਮ ਦੇ ਉੱਤੇ ਹਮਦਰਦੀ ਦਿਖਾ ਰਹੀਆਂ ਨੇ। ਰੇਪ ਦੇ ਦੋਸ਼ੀ ਨੂੰ ਵਾਰ-ਵਾਰ ਪੈਰੋਲ, ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਵਿਚਾਰ ਤੱਕ ਨਹੀਂ। ਸਿੱਖਾਂ ਦੇ ਨਾਲ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ? SGPC ਦੇ ਵੱਲੋਂ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਪੈਰੋਲ ਦੇ ਉੱਤੇ ਇਸ ਤਰੀਕੇ ਦੇ ਨਾਲ ਆਪਣਾ ਪ੍ਰਤੀਕਰਮ ਦਿੱਤਾ ਗਿਆ। ਕਾਬਿਲ ਗੌਰ ਹੈ ਕਿ ਰਾਮ ਰਹੀਮ ਵੱਖ-ਵੱਖ ਕੇਸਿਸ ਦੇ ਵਿੱਚ ਜੋ ਸਜ਼ਾ ਸੁਣਾਈ ਗਈ, ਸਾਧਵੀ ਸਰੀਰਕ ਸ਼ੋਸ਼ਣ ਮਾਮਲਾ ਹੋਵੇ ਜੋ 2017 ਦੇ ਵਿੱਚ ਸਜ਼ਾ ਸੁਣਾਈ ਗਈ ਸੀ, ਉਸ ਤੋਂ ਬਾਅਦ ਪੱਤਰਕਾਰ ਛਤਰਪਤੀ ਦੇ ਕਤਲ ਦੇ ਵਿੱਚ ਰਣਜੀਤ ਕਤਲकांड ਦੇ ਵਿੱਚ ਵੀ ਸਜ਼ਾ ਸੁਣਾਈ ਗਈ ਹੈ। ਤੇ ਦੂਜੇ ਪਾਸੇ ਜੋ ਪੈਰੋਲ ਦੇ ਰਹੇ ਨੇ ਉਹਨਾਂ ਦਾ ਤਰਕ ਹੈ ਕਿ ਇਹ ਕਿਸੇ ਕੈਦੀ ਦਾ ਅਧਿਕਾਰ ਹੁੰਦਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ, ਇਸ ਕਰਕੇ ਪੈਰੋਲ ਦਿੱਤੀ ਜਾ ਰਹੀ ਹੈ। ਬਲਾਤਕਾਰੀ ਤੇ ਜਿਹੜਾ ਕਾਤਲ ਆ ਰਾਮ ਰਹੀਮ, ਉਹਨੂੰ ਹਰ 5-6 ਮਹੀਨੇ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। ਅਜਿਹੇ ਬਲਾਤਕਾਰੀ ਨੂੰ ਸਜ਼ਾ ਦੇਣ ਦੀ ਬਜਾਏ ਉਹਦੇ ਫੇਵਰ 'ਚ ਜਿਹੜੀਆਂ ਸਰਕਾਰਾਂ ਨੇ, ਇਹ ਬਹੁਤ ਮਾੜੀ ਘਟਨਾ ਆ, ਮਾੜੀ ਗੱਲ ਆ। ਜਿਹੜੇ ਇਹੋ ਜਿਹੇ ਬਲਾਤਕਾਰੀ ਨੂੰ ਸਜ਼ਾ ਦੇਣ ਦੀ ਬਜਾਏ ਜੇ ਪੈਰੋਲ ਦਿੱਤੀ ਜਾਂਦੀ ਆ, ਰਿਹਾਅ ਕੀਤਾ ਜਾਂਦਾ, ਤਾਂ ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਨੇ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ। ਮੈਂ ਹਿੰਦੁਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੋ ਤੇ ਅਜਿਹੇ ਬਲਾਤਕਾਰੀ ਜਿਹੜਾ ਰਾਮ ਰਹੀਮ ਆ ਇਹਨੂੰ ਪੈਰੋਲ ਦੇਣ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਇੱਕ ਵਾਰ ਮੁੜ ਤੋਂ ਮੋਬਾਈਲ ਦੇ ਉੱਤੇ ਧਮਕੀ ਦਿੱਤੀ ਗਈ ਹੈ ਜਾਨ ਤੋਂ ਮਾਰਨ ਦੀ। ਇਸ ਵਾਰ ਵਿਧਾਇਕ ਨੂੰ ਇੰਟਰਨੈਟ ਤੋਂ ਕਾਲ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਮਾਮਲੇ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਬੀਤੇ ਦਿਨੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨਬਾਜ਼ੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
ਵਿਧਾਇਕ ਨੇ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਸੀ ਅਤੇ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਾਉਣਾ ਚਾਹੀਦਾ ਹੈ। ਤੋੜਨ ਦੀ ਗੱਲ ਕਰੇਗਾ ਭਾਵੇਂ ਕੋਈ ਅੰਮ੍ਰਿਤਪਾਲ ਸਿੰਘ ਹੋਵੇ ਔਰ ਤੋਂ ਇਲਾਵਾ ਕੋਈ ਬੰਦਾ ਹੋਵੇ, ਮੇਰੇ ਉਸ ਬੰਦੇ ਨਾਲ ਹਮੇਸ਼ਾ ਵਿਰੋਧ ਦੇ ਵਿੱਚ ਖੜਾ ਮੈਂ। ਸ਼ੀਤਲ ਅੰਗੁਰਾਲ ਨੇ ਧਮਕੀ ਦਿੱਤੇ ਜਾਣ ਦੀ ਸ਼ਿਕਾਇਤ ਪੁਲਿਸ ਦੇ ਵਿੱਚ ਦਿੱਤੀ। FIR ਦੇ ਵਿੱਚ ਵੀ ਉਹ ਨੰਬਰ ਲਿਖਵਾਇਆ ਜਿਸ ਨੰਬਰ ਤੋਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ। ਫੋਨ ਕਰਨ ਵਾਲੇ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜੇਕਰ ਬਿਆਨ ਦੇਵੇਗਾ ਤਾਂ ਸੌਦਾ ਲਗਾ ਦੇਵਾਂਗੇ। ਕਹਿ ਰਹੇ ਧਮਕੀ ਦਿੱਤੀ ਜਾ ਰਹੀ ਹੈ, ਪਰ ਜਦੋਂ ਹਾਕਮ ਧਿਰ ਦੇ ਕਿਸੇ ਵਿਧਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੇ, ਇੱਕ ਵਾਰ ਨਹੀਂ ਕਈ ਵਾਰ ਮਿਲੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਨਵਾਂ ਸ਼ਹਿਰ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਆਸ਼ੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਆਸ਼ੂ ਨੂੰ 28 ਅਕਤੂਬਰ ਨੂੰ ਮੁੜ ਨਵਾਂ ਸ਼ਹਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ ਆਸ਼ੂ ਦੇ ਵਕੀਲ ਉਹਨਾਂ ਦੇ ਖਿਲਾਫ ਕੇਸ ਨੂੰ ਸਿਆਸੀ ਸਾਜ਼ਿਸ਼ ਦੱਸ ਰਹੇ ਨੇ। ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋ ਗਿਆ ਐਂਡ ਇਨ ਦਿਸ ਕੇਸ ਕੋਈ ਰਿਕਵਰੀ ਨਹੀਂ ਹੋਈ। ਲੋਕਲ ਇਲੈਕਸ਼ਨਸ ਨੇ ਲੁਧਿਆਣੇ ਦੇ ਆਪਣੇ ਪੂਰੇ ਪੰਜਾਬ ਦੇ, ਉਹਦੇ ਵਿੱਚ ਇਹ ਚਾਹੁੰਦੇ ਆ ਕਿ ਇਹ ਪਾਰਟਿਸਿਪੇਟ ਨਾ ਕਰੇ ਤੇ ਇਸ ਕਰਕੇ ਇਹ ਕੇਸ ਇਹਨਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ ਜਾ ਰਿਹਾ। ਆਸ਼ੂ ਤੇ 2017-18 ਦੌਰਾਨ ਮੰਤਰੀ ਰਹਿੰਦਿਆਂ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਆਸ਼ੂ ਦੇ ਖਿਲਾਫ ਹੋਈ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਸੀ ਕਿ 20 ਤੋਂ 25 ਵੱਡੇ ਠੇਕੇਦਾਰਾਂ ਨੂੰ ਮਨਮਾਨੇ ਢੰਗ ਦੇ ਨਾਲ ਠੇਕੇ ਅਲਾਟ ਕੀਤੇ ਗਏ ਤੇ 5000 ਦੇ ਕਰੀਬ ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕੀਤਾ ਗਿਆ। ਇਸੇ ਮਾਮਲੇ 'ਚ ਬੀਤੇ ਦਿਨੀ ਲੁਧਿਆਣਾ ਦੀ ਕਾਂਗਰਸੀ ਕੌਂਸਲਰ ਸਨੀ ਭੱਲਾ ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਉਧਰ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਅਤੇ ਨਸ਼ਾ ਪਹੁੰਚਾਉਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੂੰ ਇੱਕ ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਡਿਪਟੀ ਸੁਪਰਡੈਂਟ ਬਲਬੀਰ ਸਿੰਘ ਦੇ ਉੱਤੇ ਇਲਜ਼ਾਮ ਹੈ ਕਿ ਉਹ ਕੈਦੀਆਂ ਤੱਕ ਮੋਬਾਈਲ ਫੋਨ ਅਤੇ ਨਸ਼ਾ ਪਹੁੰਚਾਉਣ ਦਾ ਗਿਰੋਹ ਚਲਾ ਰਿਹਾ ਸੀ। ਅੰਮ੍ਰਿਤਸਰ STF ਨੇ ਬਲਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਬਲਬੀਰ ਸਿੰਘ 10 ਮਹੀਨੇ ਪਹਿਲਾਂ ਸ਼ੁਰੂ ਹੋਈ ਗੋਇੰਦਵਾਲ ਹਾਈਟੈਕ ਜੇਲ੍ਹ ਦੇ ਵਿੱਚ ਪਹਿਲੇ ਦਿਨ ਤੋਂ ਤੈਨਾਤ ਸੀ। ਇਲਜ਼ਾਮ ਨੇ ਕਿ ਬਲਬੀਰ ਸਿੰਘ ਨਸ਼ਾ ਸਪਲਾਈ ਕਰਨ ਦੇ ਬਦਲੇ ਹੁਣ ਤੱਕ ਲੱਖਾਂ ਰੁਪਏ ਕੈਦੀਆਂ ਤੋਂ ਵਸੂਲ ਚੁੱਕਿਆ ਹੈ। ਬਕਾਇਦਾ ਮੋਬਾਈਲ ਤੋਂ ਲੈ ਕੇ ਚਾਰਜਰ ਤੱਕ ਦੇ ਲਈ ਰੇਟ ਤੈਅ ਕਰਕੇ ਰੱਖੇ ਗਏ ਸਨ। ਖਦਸ਼ਾ ਕਿ ਬਲਬੀਰ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਪ੍ਰਿਯਵਰਤ ਫੌਜੀ ਅਤੇ ਦੂਜੇ ਕੈਦੀਆਂ ਤੱਕ ਵੀ ਮੋਬਾਈਲ ਪਹੁੰਚਾਏ ਸਨ। ਗੋਇੰਦਵਾਲ ਸਾਹਿਬ ਹਾਈਟੈਕ ਜੇਲ੍ਹ ਦਸੰਬਰ 2021 ਦੇ ਵਿੱਚ ਹੀ ਸ਼ੁਰੂ ਹੋਈ ਸੀ। ਇੱਥੇ ਲਗਾਤਾਰ ਮੋਬਾਈਲ ਅਤੇ ਨਸ਼ੇ ਦੀ ਬਰਾਮਦਗੀ ਹੁੰਦੀ ਰਹਿੰਦੀ ਹੈ। ਗੋਇੰਦਵਾਲ ਸਾਹਿਬ ਜੇਲ੍ਹ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 700 ਤੋਂ ਜ਼ਿਆਦਾ ਮੋਬਾਈਲ ਕੈਦੀਆਂ ਤੋਂ ਬਰਾਮਦ ਹੋ ਚੁੱਕੇ ਨੇ। ਗੈਂਗਸਟਰ ਪ੍ਰਿਯਵਰਤ ਫੌਜੀ ਤੋਂ ਵੀ ਲੰਘੇ ਦਿਨੀ ਮੋਬਾਈਲ ਬਰਾਮਦ ਹੋਇਆ ਸੀ। ਖੈਰ ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ ਕਿ ਇਸ ਅਧਿਕਾਰੀ ਦੇ ਵੱਲੋਂ ਤਾਂ ਇੱਕ ਤਰੀਕੇ ਦਾ ਬਿਜ਼ਨਸ ਹੀ ਜੇਲ੍ਹ ਦੇ ਅੰਦਰ ਤੋੜਿਆ ਹੋਇਆ ਸੀ ਗੈਰ ਕਾਨੂੰਨੀ, ਕਿ ਮੋਬਾਈਲ ਫੋਨ ਨਸ਼ਾ ਜਾਂ ਹੋਰ ਚੀਜ਼ਾਂ ਉੱਥੇ ਸਪਲਾਈ ਕੀਤੀਆਂ ਜਾਣ, ਬਕਾਇਦਾ ਉੱਥੇ ਰੇਟ ਰੱਖੇ ਗਏ ਸੀ। ਮੋਬਾਈਲ ਚਾਹੀਦਾ, ਮੋਬਾਈਲ ਦਾ ਚਾਰਜਰ ਚਾਹੀਦਾ ਹੈ ਜਾਂ ਕੋਈ ਹੋਰ ਚਾਹੀਦਾ ਤਾਂ ਉਸ ਦੇ ਲਈ ਕਿੰਨੇ ਪੈਸੇ ਹੋਣਗੇ, ਤਾਂ ਬਹੁਤ ਵੱਡਾ ਇਹ ਨੈਕਸਸ ਨਜ਼ਰ ਆਉਂਦਾ ਹੈ। ਲਾਜ਼ਮੀ ਤੌਰ ਤੇ ਜਾਂਚ ਦਾ ਵਿਸ਼ਾ ਹੈ। ਉਧਰ ਭਾਰਤੀ ਸੀਮਾ ਸੁਰੱਖਿਆ ਬਲ ਯਾਨੀ BSF ਨੇ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਨਾਕਾਮ ਕਰ ਦਿੱਤੀ ਤੇ ਅਜਨਾਲਾ ਦੇ BOP ਸ਼ਾਹਪੁਰ ਦੇ ਵਿੱਚ ਭਾਰਤ ਬੜੇ ਡਰੋਨ ਨੂੰ BSF ਨੇ ਮਾਰ ਡਿਗਾਇਆ। ਡਰੋਨ ਭਾਰਤੀ ਸਰਹੱਦ ਦੇ ਕਈ 100 ਮੀਟਰ ਅੰਦਰ ਆ ਗਿਆ ਸੀ, ਜਿਸ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਡਰੋਨ ਨੂੰ ਗੋਲੀ ਲੱਗੀ ਤੇ ਉਹ ਭਾਰਤੀ ਸਰਹੱਦ ਦੇ ਵਿੱਚ ਡਿੱਗ ਗਿਆ। उस तरफ से ड्रोन के आने की आवाज सुनी और जो ही पाकिस्तान से आ रहे ड्रोन ने भारतीय सीमा का उल्लंघन करा, बहादुर जवानों ने उस पर 17 राउंड तुरंत गति से फायर करा और साथ में 3 रोशनी करने वाले बम चलाए। ਖਦਸ਼ਾ ਜਤਾਇਆ ਜਾ ਰਿਹਾ ਕਿ ਡਰੋਨ ਦੇ ਜ਼ਰੀਏ ਭਾਰਤੀ ਸਰਹੱਦ ਦੇ ਅੰਦਰ ਨਸ਼ੇ ਦੀ ਖੇਪ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਭਾਰਤੀ ਜਵਾਨਾਂ ਨੇ ਡਰੋਨ ਨੂੰ ਕਬਜ਼ੇ 'ਚ ਲਿਆ ਤੇ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਉਧਰ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੁਕਾਨਾਂ ਦੇ ਬਾਹਰ ਕਿਤੇ ਨਜਾਇਜ਼ ਕਬਜ਼ੇ ਹਟਾਉਣ ਪਹੁੰਚ ਗਈ ਤਾਂ ਬਾਜ਼ਾਰ ਦੇ ਵਿੱਚ ਘਮਸਾਨ ਮਚ ਗਿਆ। ਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਦੁਕਾਨਦਾਰਾਂ ਦੇ ਵਿਚਾਲੇ ਜੰਮ ਕੇ ਖਿੱਚਤੂ ਹੋ ਗਈ। ਅਧਿਕਾਰੀ ਸਮਾਨ ਨੂੰ ਟਰਾਲੀਆਂ ਦੇ ਵਿੱਚ ਭਰਨ ਲੱਗੇ ਤਾਂ ਦੁਕਾਨਦਾਰ ਆਪਣਾ ਸਮਾਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸਨ ਤੇ ਅਧਿਕਾਰੀਆਂ ਨਾਲ ਉਲਝ ਗਏ ਤੇ ਇਸ ਕਾਰਵਾਈ ਤੋਂ ਪਰੇਸ਼ਾਨ ਦੁਕਾਨਦਾਰਾਂ ਨੇ ਨਗਰ ਕੌਂਸਲ ਤੇ ਪਹਿਲਾਂ ਨੋਟਿਸ ਨਾ ਦੇਣ ਦਾ ਇਲਜ਼ਾਮ ਲਗਾਇਆ।
ਰੋੜਨ ਦੀ ਬਜਾਏ ਤੁਸੀਂ ਦੱਸੋ, ਵਾਰਨਿੰਗ ਦਿਓ, ਜੋ ਬਣਦਾ ਉਹਨਾਂ ਦੀ ਕਾਰਵਾਈ ਆ, ਤੁਸੀਂ ਚਲਾਨ ਕੱਟੋ ਉਹਨਾਂ ਦਾ, ਜੋ ਬਣਦੀ ਤੁਹਾਡੀ, ਜੋ ਤੁਸੀਂ ਠੀਕ ਆ ਤੁਹਾਡੇ ਕੋਲ ਆਰਡਰ ਨੇ ਜਾਂ ਕੋਈ ਵੀ ਚੀਜ਼ ਹੈਗੀ ਆ, ਤੁਸੀਂ ਪਹਿਲਾਂ ਇੱਕ ਦਿਨ ਅਲਰਟ ਕਰੋ ਵੀ ਜਦਕਿ ਨਗਰ ਕੌਂਸਲ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਦੀ ਵਜ੍ਹਾ ਦੇ ਨਾਲ ਦੁਕਾਨਦਾਰਾਂ ਨੇ ਗੈਰ ਜ਼ਰੂਰੀ ਤਰੀਕੇ ਦੇ ਨਾਲ ਦੁਕਾਨਾਂ ਦੇ ਬਾਹਰ ਕਬਜ਼ਾ ਕੀਤਾ ਹੋਇਆ ਹੈ। ਸਮਾਨ ਦੁਕਾਨਾਂ ਤੋਂ ਕਈ ਫੁੱਟ ਬਾਹਰ ਤੱਕ ਲਗਾਇਆ ਹੋਇਆ, ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਹੁੰਦੀਆਂ ਨੇ। ਨਜਾਇਜ਼ ਸੀਗਾ, ਇਸ ਕਰਕੇ ਇਹਨਾਂ ਦਾ ਸਾਂਝਾ ਐਕਸ਼ਨ ਕੀਤਾ ਗਿਆ। ਅੱਜ ਆਲਮੋਸਟ ਪੁਲਿਸ ਅਫਸਰਸ ਆਏ ਸੀਗੇ, ਜਿਹਦੇ ਸਾਡੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਅੱਜ ਕਾਰਵਾਈ ਕੀਤੀ ਗਈ ਹੈ, ਜਿਹਦੇ ਜੁਆਇੰਟ ਐਕਸ਼ਨ ਹੋਇਆ ਵਿਦ ਪੁਲਿਸ ਤੇ ਨਗਰ ਕੌਂਸਲ ਦੇ ਅਧਿਕਾਰੀ ਜ਼ਬਤ ਕੀਤੇ ਸਮਾਨ ਨੂੰ ਸਟੋਰ ਦੇ ਵਿੱਚ ਸਾਂਭਣ ਦੀ ਬਜਾਏ ਸੁੱਟਦੇ ਹੋਏ ਵੀ ਨਜ਼ਰ ਆਏ, ਜਿਸ ਕਾਰਨ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਦੁਕਾਨਦਾਰਾਂ ਨੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੈ ਤਾਂ ਉਹ ਵੀ ਗਲਤ, ਪਰ ਜਿਸ ਤਰੀਕੇ ਨਾਲ ਚੁੱਕ ਕੇ ਸਮਾਨ ਟਰਾਲੀ ਦੇ ਵਿੱਚ ਸੁੱਟਿਆ ਗਿਆ ਤਾਂ ਉਹ ਵੀ ਕਿਵੇਂ ਜਾਇਜ਼ ਕਿਹਾ ਜਾ ਸਕਦਾ ਹੈ। ਖੈਰ, ਜਦੋਂ ਦੁਕਾਨਦਾਰਾਂ ਤੇ ਫਿਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵਿਚਾਲੇ ਇਸ ਤਰੀਕੇ ਨਾਲ ਖਿੱਚਤੂ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਕਰਨਾਲ ਦੇ ਪਿੰਡ ਮੂਸਾਪੁਰ ਤੋਂ ਮਨਾਲੀ ਘੁੰਮਣ ਜਾ ਰਹੇ 3 ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚੋਂ ਇੱਕ ਨੇ 3 ਦਿਨ ਬਾਅਦ ਆਸਟ੍ਰੇਲੀਆ ਪੜਨ ਜਾਣਾ ਤੇ ਇੱਕ ਦੋਸਤ ਮਹਾਵੀਰ ਦੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਤਿੰਨਾਂ ਨੇ ਜ਼ਿੰਦਗੀ ਦੇ ਕੁਝ ਯਾਦਗਾਰ ਪਲ ਇਕੱਠੇ ਬਿਤਾਉਣ ਦੀ ਸੋਚੀ ਤੇ ਬੁਲੈਰੋ ਗੱਡੀ ਤੇ ਸਵਾਰ ਹੋ ਕੇ ਮਨਾਲੀ ਦੇ ਵੱਲ ਨਿਕਲ ਪਏ। ਪਰ ਸ਼ਾਇਦ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਗੱਡੀ ਨਾਲਾਗੜ੍ਹ ਦੇ ਕੋਲ 500 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗੀ। तीनों लड़के 22-24 साल के हैं, तो इनके परिवार को सूचना दे दी। जब इनके परिवार वाले पहुंचे, इन्होंने उनको आइडेंटिफाई किया और आज फिर हॉस्पिटल के अंदर इनका पोस्टमार्टम हुआ। ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਸੰਦੀਪ ਹੋਮਗਾਰਡ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਸੀ, ਜਦਕਿ ਤੀਜਾ ਪ੍ਰਾਈਵੇਟ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਪਰ ਮੌਤ ਦੀ ਖਬਰ ਪਿੰਡ ਮੂਸੇਪੁਰ ਪਹੁੰਚੀ ਤਾਂ ਹਰ ਪਾਸੇ ਮਾਤਮ ਛਾ ਗਿਆ। ਫਿਲਹਾਲ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਦੇ ਵਿੱਚ ਹੀ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਇਸ ਪਰਿਵਾਰ ਦੇ ਲਈ ਬਹੁਤ ਮੰਦਭਾਗੀ ਖਬਰ ਆਈ, ਇਹਨਾਂ ਤਿੰਨੋਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਜਵਾਨ ਪੁੱਤ ਇਸ ਦੁਨੀਆ ਤੋਂ ਚਲੇ ਗਏ। ਹੁਣ ਅੱਗੇ ਵਧਦੇ ਹਾਂ ਤੇ ਖਬਰ ਟੋਹਾਣਾ ਤੋਂ ਹੈ। ਹਰਿਆਣਾ ਦੇ ਟੋਹਾਣਾ ਤੋਂ, ਜਿੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਕੋਬਰਾ ਵੱਡਾ ਸੱਪ ਵੜ ਗਿਆ ਤੇ ਕਲਾਸਰੂਮ ਦੇ ਵਿੱਚ ਸੱਪ ਦਿਖਣ ਦੇ ਉੱਤੇ ਹੜਕੰਪ ਉੱਥੇ ਮਚ ਗਿਆ। ਪਿੰਡ ਠਰਵੀ ਦੇ ਸਰਕਾਰੀ ਸਕੂਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜੰਗਲਾਤ ਵਿਭਾਗ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਤੇ ਉੱਥੋਂ ਇਸ ਸੱਪ ਨੂੰ ਰੈਸਕਿਊ ਕੀਤਾ ਗਿਆ। ਸਕੂਲ ਦੇ ਵਿੱਚ ਬੱਚਿਆਂ ਦੇ ਵਿਚਾਲੇ ਜਦੋਂ ਉਹ ਇੱਕ ਖਬਰ ਵੀ ਪਹੁੰਚੀ ਤਾਂ ਲਾਜ਼ਮੀ ਤੌਰ ਤੇ ਉਹ ਸਹਿਮ ਗਏ। ਹਾਲਾਂਕਿ ਉਸ ਤੋਂ ਬਾਅਦ ਉੱਥੇ ਪਹੁੰਚ ਗਏ ਰੈਸਕਿਊ ਕਰਨ ਵਾਲੇ, ਸੱਪ ਨੂੰ ਕਾਬੂ ਕਰਨ ਵਾਲੇ, ਤੇ ਉਸ ਤੋਂ ਬਾਅਦ ਇਸ ਸੱਪ ਨੂੰ ਕਾਬੂ ਕਰ ਲਿਆ ਗਿਆ। ਇਹ ਮੌਸਮ ਜਦੋਂ ਬਰਸਾਤਾਂ ਦਾ ਹੁੰਦਾ ਜਾਂ ਫਿਰ ਚੇਂਜ ਆਫ ਵੈਦਰ ਹੁੰਦਾ, ਆਮ ਤੌਰ ਤੇ ਸਿਆਣੇ ਕਹਿੰਦੇ ਨੇ ਕਿ ਇਸ ਮੌਕੇ ਦੇ ਉੱਤੇ ਇਸ 1-2 ਮਹੀਨਿਆਂ ਦੇ ਵਿੱਚ ਸੱਪ ਜਾਂ ਫਿਰ ਅਜਿਹੇ ਜਿਹੜੇ ਜਾਨਵਰ ਹੁੰਦੇ ਨੇ ਉਹ ਜ਼ਰੂਰ ਦੇਖਣ ਨੂੰ ਮਿਲਦੇ ਨੇ। ਤੇ ਜਦੋਂ ਕੋਈ ਸਕੂਲ ਦੇ ਵਿੱਚ ਪਹੁੰਚ ਜਾਂਦਾ ਤਾਂ ਫਿਰ ਉੱਥੇ ਦਿੱਕਤ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਛੋਟੇ-ਛੋਟੇ ਬੱਚੇ ਹੁੰਦੇ ਨੇ, ਉਹਨਾਂ ਦੇ ਵਿੱਚ ਡਰ ਵੀ ਇੱਕ ਤਰੀਕੇ ਨਾਲ ਫੈਲ ਜਾਂਦਾ ਹੈ ਔਰ ਕਈ ਵਾਰ ਬੱਚੇ ਕੋਈ ਗਲਤੀ ਵੀ ਅਜਿਹੀ ਜਾਨਵਰ ਨੂੰ ਦੇਖ ਕੇ, ਸੱਪ ਨੂੰ ਦੇਖ ਕੇ ਘਰ ਬੈਠਦੇ ਨੇ। ਖੈਰ, ਰਾਹਤ ਦੀ ਗੱਲ ਰਹੀ ਹੈ ਕਿ ਸਮੇਂ ਦੇ ਉੱਤੇ ਹੀ ਜਿਹੜੇ ਉੱਥੇ ਵਿਭਾਗ ਦੇ ਮੁਲਾਜ਼ਮ ਪਹੁੰਚ ਗਏ, ਉਹਨਾਂ ਦੇ ਵੱਲੋਂ ਇਹ ਸੱਪ ਫੜਨ ਵਾਲਿਆਂ ਨੂੰ ਬੁਲਾ ਲਿਆ ਗਿਆ ਤੇ ਫਿਰ ਸੱਪ ਨੂੰ ਕਾਬੂ ਕਰ ਲਿਆ ਗਿਆ, ਰੈਸਕਿਊ ਉੱਥੋਂ ਕੀਤਾ ਗਿਆ।